ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਤਿਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਸੂਹੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ। ਸੂਹੀ ਮਹੱਲਾ ਪੰਜਵਾਂ। ਰਹੋ ਪੰਕਤੀਆਂ ਨੇ। ਮੇਰੇ RAM ਹਰ ਸੰਤਾਂ ਜੇਵੜ ਨਾ ਕੋਈ, ਕਹੇ ਮੇਰੇ RAM ਜਾਂ ਕਹਿ ਲਈਏ ਕਿ ਸੰਤਾਂ ਦੇ ਵਰਗਾ ਮੇਰੇ RAM ਸੰਤਾਂ ਵਰਗਾ ਕੋਈ ਨਹੀਂ ਹੈ। ਮੇਰੇ RAM ਵਰਗਾ ਤੇ ਸੰਤਾਂ ਵਰਗਾ। ਹਰ ਸੰਤਾਂ ਜੇਵੜ ਨਾ ਕੋਈ, ਭਗਤਾਂ ਬਣ ਆਈ ਪ੍ਰਭ ਆਪਣੇ ਸਿਓ, ਜਲ ਥਲ ਮਹੀਲ ਸੋਈ। ਕਿਉਂਕਿ ਜਿਹੜੇ ਭਗਤ ਨੇ, ਸੰਤ ਜਨ ਨੇ, ਉਹਨਾਂ ਦੀ ਆਪਣੇ ਪ੍ਰਭੂ ਦੇ ਨਾਲ ਪ੍ਰੇਮ ਪੈ ਗਿਆ ਹੈ, ਮਿਲਾਪ ਹੋ ਗਿਆ ਹੈ, ਤੇ ਉਹ ਪਰਮੇਸ਼ਰ ਜੋ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਮਹੀਲ ਵਿੱਚ ਵੀ ਹੈ, ਜੋ ਸਰਬ ਵਿਆਪਕ ਹੈ, ਉਸ ਪ੍ਰਭੂ ਦੇ ਨਾਲ ਭਗਤਾਂ ਦੀ ਪ੍ਰੀਤ ਪੈ ਗਈ ਹੈ। ਭਗਤਾਂ ਨੂੰ ਪ੍ਰਭੂ ਪਾ ਗਿਆ ਹੈ ਤੇ ਪ੍ਰਭੂ ਨੂੰ ਆਪਣੇ ਭਗਤ ਪਾ ਗਏ ਹਨ। ਇਸ ਕਰਕੇ ਜੇ ਪ੍ਰਭੂ ਨੂੰ ਪਾ ਜਾਂਦੇ ਨੇ ਤੇ ਫਿਰ ਜਿਵੇਂ ਪ੍ਰਭੂ ਹੈ ਉਹਦੇ ਵਰਗਾ ਕੋਈ ਨਹੀਂ ਹੈ, ਏਦਾਂ ਹੀ ਜਿਹੜੇ ਉਹਦੇ ਸੰਤ ਨੇ ਉਹਨਾਂ ਵਰਗਾ ਵੀ ਕੋਈ ਨਹੀਂ ਹੈ। ਇਹ ਰਹੋ ਪੰਕਤੀਆਂ ਨੇ। ਜੋ ਕਿਛ ਕਰੈ ਸੋਈ ਪ੍ਰਭ ਮਾਨੈ, ਓਏ RAM ਨਾਮ ਰੰਗ ਰਾਤੇ। ਵੀ ਜਿਹੜੇ RAM ਨਾਮ ਦੇ ਰੰਗ ਚ ਰਤੇ ਨੇ, ਵੀ ਉਹੀ ਕਰਦੇ ਨੇ ਜੋ ਪ੍ਰਭੂ ਨੂੰ ਪਾਉਂਦਾ ਹੈ, ਜਾਂ ਪ੍ਰਭੂ ਜੋ ਕੁਛ ਵੀ ਕਰਦਾ ਹੈ ਉਹਦੇ ਸੰਤਾਂ ਨੂੰ ਉਹ ਚੰਗਾ ਲੱਗਦਾ ਹੈ, ਉਹਨਾਂ ਨੂੰ ਪਾਉਂਦਾ ਹੈ, ਉਸ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਨ। ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਜਿਨ੍ਹਾਂ ਨੇ ਪ੍ਰਭੂ ਦੇ ਚਰਨਾਂ ਨੂੰ ਪਾ ਲਿਆ ਹੈ, ਪ੍ਰਾਪਤ ਕਰ ਲਿਆ ਹੈ, ਪ੍ਰਭੂ ਦੇ ਚਰਨਾਂ ਦੇ ਵਿੱਚ ਮਨ ਨੂੰ ਜੋੜ ਲਿਆ ਹੈ, ਉਹਨਾਂ ਦੀ ਫਿਰ ਸੋਭਾ ਹਰ ਥਾਂ ਤੇ ਹੈ। ਉਹ ਹਰ ਥਾਂ ਪਰਮੇਸ਼ਰ ਦੀ ਸੋਭਾ ਕਰਦੇ ਹਨ। ਕਿਉਂਕਿ ਜਿਹੜੇ ਭਗਤ ਸੰਤ ਸਾਧੂ ਹੁੰਦੇ ਨੇ, ਉਹਨਾਂ ਨੂੰ ਆਪਣੀ ਸੋਭਾ ਦੀ ਕੋਈ ਇੱਛਾ ਨਹੀਂ ਹੁੰਦੀ। ਕਿਉਂਕਿ ਜੇ ਪ੍ਰਭੂ ਦੀ ਸੋਭਾ ਹੈ, ਉਸ ਦੇ ਜਨਾਂ ਦੀ ਵੀ ਸੋਭਾ ਹੈ। ਜਿਵੇਂ ਆਪਾਂ ਪਰਿਵਾਰ ਹੁੰਦਾ ਹੈ, ਧੀ ਪੁੱਤਰ ਹੁੰਦੇ ਹਨ, ਤੇ ਜੇ ਉਹਨਾਂ ਦੇ ਪਿਤਾ ਦੀ ਸੋਭਾ ਹੈ ਤੇ ਬੱਚਿਆਂ ਦੀ ਵੀ ਸੋਭਾ ਹੈ। ਏਦਾਂ ਹੀ ਜਿਹੜੇ ਪ੍ਰਭੂ ਦੇ ਪਿਆਰੇ ਨੇ, ਜਦੋਂ ਪਰਮੇਸ਼ਰ ਦੀ ਸੋਭਾ ਹੈ ਤੇ ਉਹਨਾਂ ਦੀ ਸੋਭਾ ਵੀ ਹੈ। ਜਿਵੇਂ ਸਾਨੂੰ ਸਮਝਾਉਂਦੇ ਨੇ ਵੀ ਜਿਹੜੇ ਸਾਧੂ ਜਨ ਨੇ, ਤ੍ਰੈ ਗੁਣਾ ਤੋਂ ਉਹਨਾਂ ਦੀ ਜਿਹੜੀ ਸੋਭਾ ਹੈ, ਉਪਮਾ ਹੈ, ਉਹ ਤ੍ਰੈ ਗੁਣਾ ਤੋਂ ਦੂਰ ਹੈ। ਸਾਧ ਕੀ ਉਪਮਾ ਤ੍ਰੈ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਲੇਕਿਨ
ਉਹ ਪ੍ਰਭੂ ਦੀ ਸੋਭਾ ਕਰਦੇ ਨੇ, ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ, ਉਸ ਦੇ ਵਿੱਚ ਹੀ ਉਹਨਾਂ ਦੀ ਸੋਭਾ ਹੈ। ਇਸ ਕਰਕੇ ਹਰ ਥਾਂ ਪ੍ਰਭੂ ਦੀ ਹੀ ਸਿਫਤ ਸਲਾਹ ਕਰਦੇ ਨੇ, ਪ੍ਰਭੂ ਦੀ ਹੀ ਉਸਤਤ ਕਰਦੇ ਹਨ, ਕਿਉਂਕਿ ਉਹਨਾਂ ਨੇ ਪ੍ਰਭੂ ਦੇ ਚਰਨਾਂ ਦੇ ਵਿੱਚ ਆਪਣੇ ਮਨ ਨੂੰ ਜੋੜ ਲਿਆ ਹੈ, ਪ੍ਰਭੂ ਦੇ ਚਰਨਾਂ ਨੂੰ ਪ੍ਰਾਪਤ ਕਰ ਲਿਆ ਹੈ। ਕੋਟ ਅਪਰਾਧੀ ਸੰਤ ਸੰਗ ਉਧਰੈ, ਜਮ ਤਾਕੈ ਨੇੜ ਨਾ ਆਵੇ। ਐਸੇ ਜਿਹੜੇ ਪ੍ਰਭੂ ਦੇ ਸੰਤ ਨੇ, ਜਿਨ੍ਹਾਂ ਦੀ ਉਸ ਪ੍ਰਭੂ ਦੇ ਚਰਨਾਂ ਦੇ ਨਾਲ ਪ੍ਰੀਤ ਪੈ ਜਾਂਦੀ ਹੈ, ਜਿਹੜੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ, ਉਹਨਾਂ ਜਨਾਂ ਦੀ ਜੇ ਕੋਈ ਸ਼ਰਨ ਦੇ ਵਿੱਚ ਆ ਜਾਂਦਾ ਹੈ, ਕਰੋੜਾਂ ਪਾਪ ਕੀਤੇ ਵੀ ਉਹਨਾਂ ਦਾ ਉਧਾਰ ਹੋ ਜਾਂਦਾ ਹੈ, ਤੇ ਜਮ ਉਹਨਾਂ ਦੇ ਨੇੜੇ ਨਹੀਂ ਆ ਸਕਦੇ। ਕੋਟ ਅਪਰਾਧੀ ਕੋਟ ਅਪਰਾਧੀ ਸੰਤ ਸੰਗ ਉਧਰੈ, ਜਮ ਤਾਕੈ ਨੇੜ ਨਾ ਆਵੇ। ਕਹਿੰਦੇ ਜਮ ਉਹਨਾਂ ਦੇ ਨੇੜੇ ਨਹੀਂ ਆ ਸਕਦੇ, ਕਰੋੜਾਂ ਅਪਰਾਧ ਕੀਤੇ ਹੋਣ, ਕਿਉਂਕਿ ਇਹ ਵਡਿਆਈ ਹੈ ਸੰਤਾਂ ਦੀ, ਪ੍ਰਭੂ ਦੇ ਸੰਤਾਂ ਦੀ। ਕਰੋੜਾਂ ਪਾਪ ਵੀ ਕੀਤੇ ਹੋਣ, ਉਹ ਵੀ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਜਨਮ ਜਨਮ ਕਾ ਵਿਛੜਿਆ ਹੋਵੇ, ਤਿਨ ਹਰ ਸਿਓ ਆਣ ਮਿਲਾਵੇ। ਜਨਮਾਂ ਜਨਮਾਂ ਤੋਂ ਵਿਛੜਿਆ ਹੋਵੇ, ਯੁਗਾਂ ਤੋਂ ਵਿਛੜਿਆ ਜੀਵ ਵੀ, ਉਹ ਸੰਤ ਜਨ ਉਸ ਨੂੰ ਪ੍ਰਭੂ ਦੇ ਨਾਲ ਮਿਲਾ ਦਿੰਦੇ ਹਨ, ਕਿਉਂਕਿ ਉਹਨਾਂ ਦਾ ਆਪਣਾ ਪ੍ਰੇਮ ਪ੍ਰਭੂ ਦੇ ਨਾਲ ਪਿਆ ਹੁੰਦਾ ਹੈ। ਇਸ ਕਰਕੇ ਪ੍ਰਭੂ ਦੇ ਭਾਣੇ 'ਚ ਹੋਣ ਕਰਕੇ ਪ੍ਰਭੂ ਨੂੰ ਜੋ ਕੁਛ ਕਹਿੰਦੇ ਨੇ, ਪ੍ਰਭੂ ਵੀ ਉਹਨਾਂ ਦੀ ਸੁਣਦਾ ਹੈ, ਬੇਨਤੀ ਸੁਣਦਾ ਹੈ। ਮਾਇਆ ਮੋਹ ਭਰਮ ਭਉ ਕਾਟੈ, ਸੰਤ ਸਰਨ ਜੋ ਆਵੈ। ਵੀ ਜਿਹੜਾ ਮਾਇਆ ਦਾ ਮੋਹ ਹੈ, ਭਰਮ ਹੈ ਜੀਵ ਨੂੰ, ਤੇ ਜਿਹੜਾ ਭੈ ਹੈ, ਡਰ ਹੈ, ਉਹ ਉਹਨਾਂ ਦੇ ਕੱਟੇ ਜਾਂਦੇ ਹਨ ਜੋ ਸੰਤ ਜਨਾਂ ਦੀ ਸ਼ਰਨ ਦੇ ਵਿੱਚ ਆਉਂਦੇ ਹਨ। ਕਿਉਂਕਿ ਜੀਵ ਨੂੰ ਲੱਗਦਾ ਹੈ ਤਨ ਨੂੰ ਨਾ ਗਿਆਨ, ਮਨ ਨੂੰ ਨਾ ਗਿਆਨ ਹੋਣ ਕਰਕੇ ਮਨ ਇਹਨਾਂ ਵਿਚਾਰਾਂ 'ਚ ਫਸਿਆ ਰਹਿੰਦਾ ਹੈ। ਫਿਰ ਜਦੋਂ ਗਿਆਨ ਹੋ ਜਾਂਦਾ ਹੈ, ਮਨ ਪ੍ਰਕਾਸ਼ ਹੋ ਜਾਂਦਾ ਹੈ, ਤੇ ਮਨ ਦਾ ਇਧਰੋਂ ਲੇਖਾ ਹੀ ਖਤਮ ਹੋ ਜਾਂਦਾ ਹੈ। ਕਿਉਂਕਿ ਮਨ ਜਦ ਤੱਕ ਅਸਥੂਲ ਹੈ, ਇਸ ਦਾ ਲੇਖਾ ਹੈ। ਜਦੋਂ ਮਨ ਪ੍ਰਕਾਸ਼ ਹੋ ਜਾਂਦਾ ਹੈ, ਪ੍ਰਕਾਸ਼ ਹੁੰਦਾ ਜੀਵਤ ਮਰਨਾ। ਜਿਵੇਂ ਕੋਈ ਬੰਦਾ ਮਰ ਗਿਆ ਸੰਸਾਰ 'ਚੋਂ, ਉਸਦਾ ਲੇਖਾ ਵੀ ਖਤਮ ਹੋ ਜਾਂਦਾ। ਏਦਾਂ ਜਦੋਂ ਸਾਡਾ ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ, ਜੀਵਤ ਮਰ ਜਾਂਦਾ ਹੈ, ਉਸ ਦਾ ਲੇਖਾ ਵੀ ਖਤਮ ਹੋ ਜਾਂਦਾ ਹੈ। ਫਿਰ ਸੰਤ ਜਨਾਂ ਦੇ ਜਿਹੜੇ ਸਰਨ ਚਾਹੁੰਦੇ ਨੇ, ਉਹ ਸੰਤ ਜਨ ਉਹਨਾਂ ਨੂੰ ਸਿਖਾਉਂਦੇ ਨੇ ਕਿ ਆਪਾਂ ਜੀਵਤ ਕਿਵੇਂ ਮਰਨਾ ਹੈ। ਜੀਵਤ ਮਰਨਾ ਹੈ ਕਿ ਆਪਣੇ ਪ੍ਰਕਾਸ਼ ਰੂਪ ਦੀ ਪਹਿਚਾਣ ਕਿਵੇਂ ਕਰਨੀ ਹੈ। ਗੁਰ ਪ੍ਰਸਾਦੀ ਆਪੋ ਚੀਨੈ, ਆਪਣੇ ਆਪ ਨੂੰ ਕਿਵੇਂ ਜਾਣਨਾ ਹੈ, ਆਪੇ ਦੀ ਪਹਿਚਾਣ ਕਿਵੇਂ ਕਰਨੀ ਹੈ। ਗੁਰ ਦੇ ਗਿਆਨ ਦੁਆਰਾ, ਜਿੱਥੇ ਫਿਰ ਮਨ ਦਾ ਲੇਖਾ ਖਤਮ ਹੋ ਜਾਂਦਾ ਹੈ ਤੇ ਭਰਮ ਕੱਟੇ ਜਾਂਦੇ ਹਨ, ਮਨ ਦੇ ਭੈ ਖਤਮ ਹੁੰਦਾ ਹੈ, ਮਾਇਆ ਦੇ ਮੋਹ ਤੋਂ ਮਨ ਰਹਿਤ ਹੋ ਜਾਂਦਾ ਹੈ। ਜਿਹਾ ਮਨੋਰਥ ਕਰ ਅਰਾਧੇ, ਸੋ ਸੰਤਨ ਤੇ ਪਾਵੇ। ਵੀ ਜਿਹਾ ਜੋ ਕੋਈ ਮਨੋਰਥ ਕਰਕੇ ਅਰਾਧਾ ਹੈ, ਉਹ ਸੰਤਾਂ ਤੋਂ ਪ੍ਰਾਪਤ ਕਰ ਲੈਂਦਾ ਹੈ। ਕਿਉਂਕਿ ਜਿਹੜੇ ਸੰਤ ਜਨ ਨੇ, ਸੰਤਾਂ ਦੀ ਸੰਗਤ ਦੇ ਵਿੱਚ ਵੀ ਕਿਹੜੇ ਜੀਵ ਆਉਂਦੇ ਨੇ, ਜਿਨ੍ਹਾਂ ਦੀ ਇੱਛਾ ਪ੍ਰਭੂ ਨੂੰ ਮਿਲਣ ਦੀ ਹੁੰਦੀ ਹੈ, ਜਿਨ੍ਹਾਂ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਮਾੜੇ ਕਰਮ ਕੀਤੇ ਨੇ, ਕੁਕਰਮ ਕੀਤੇ ਹਨ। ਕਿਉਂਕਿ ਕੋਈ ਵੀ ਜੀਵ ਐਸਾ ਨਹੀਂ ਹੁੰਦਾ ਜੋ ਆਪਣੇ ਜੀਵਨ ਦੇ ਵਿੱਚ ਗਲਤੀਆਂ ਨਹੀਂ ਕਰਦਾ, ਮਾੜੇ ਕਰਮ ਨਹੀਂ ਕਰਦਾ। ਲੇਕਿਨ ਜਦੋਂ ਉਸ ਨੂੰ ਅਹਿਸਾਸ ਹੁੰਦਾ ਹੈ, ਫਿਰ ਉਹ ਸੰਗਤ 'ਚ ਜਾ ਕੇ ਇਹ ਸੋਝੀ ਲੈਂਦਾ ਹੈ, ਗਿਆਨ ਲੈਂਦਾ ਹੈ। ਫਿਰ ਉਸਦੇ ਪਿਛਲੇ ਕੀਤੇ ਜਿਹੜੇ ਕਰਮ ਨੇ, ਪਾਪ ਨੇ, ਉਹ ਕੱਟੇ ਜਾਂਦੇ ਹਨ
ਤੇ ਫਿਰ ਉਹਨਾਂ ਨੂੰ ਨਾਮ ਦੀ ਭੇਤ ਆਉਂਦਾ ਹੈ, ਨਾਮ ਦੀ ਸੋਝੀ ਆਉਂਦੀ ਹੈ, ਨਾਮ ਦੀ ਪ੍ਰਾਪਤੀ ਹੁੰਦੀ ਹੈ, ਮਨ ਪ੍ਰਕਾਸ਼ ਹੁੰਦਾ ਹੈ। ਫਿਰ ਸਾਰਾ ਗਿਆਨ ਆਪਣੇ ਆਪ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਸਾਨੂੰ ਆਪਣੇ ਮਨੋਰਥ ਦਾ ਪਤਾ ਚੱਲ ਜਾਂਦਾ ਹੈ ਕਿ ਸਾਡੇ ਜੀਵਨ ਦਾ ਮਨੋਰਥ ਕੀ ਹੈ। ਫਿਰ ਉਹ ਮਨੋਰਥ ਸਾਡਾ ਪੂਰਾ ਹੁੰਦਾ ਹੈ। ਜਨ ਕੀ ਮਹਿਮਾ ਕੇਤਕ ਬਰਨੋ, ਜੋ ਪ੍ਰਭ ਆਪਣੇ ਪਾਣੇ। ਤੇ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਜਿਹੜੇ ਪ੍ਰਭੂ ਨੂੰ ਪਾ ਜਾਂਦੇ ਨੇ ਉਹਨਾਂ ਦੀ ਫਿਰ ਜਿਹੜੇ ਪ੍ਰਭੂ ਦੇ ਜਨ ਨੇ, ਜਿਨ੍ਹਾਂ ਨੂੰ ਆਪਣੇ ਜਨ ਬਣਾ ਲੈਂਦਾ ਹੈ ਪਰਮੇਸ਼ਰ, ਉਹਨਾਂ ਦੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ, ਬਿਆਨ ਨਹੀਂ ਕੀਤੀ ਜਾ ਸਕਦੀ। ਕਹੋ ਨਾਨਕ ਜਿਨ ਸਤਿਗੁਰ ਭੇਟਿਆ, ਸੇ ਸਭ ਤੇ ਪਏ ਨਿਕਾਣੇ। ਵੀ ਜਿਨ੍ਹਾਂ ਨੇ ਸਤਿਗੁਰ ਸਮਝਾਉਂਦੇ ਨੇ, ਜਿਨ੍ਹਾਂ ਨੇ ਸਤਿਗੁਰ ਦੇ ਨਾਲ ਭੇਟ ਕਰ ਲਈ ਹੈ, ਜਿਨ੍ਹਾਂ ਨੂੰ ਸਤਿਗੁਰ ਦੀ ਪ੍ਰਾਪਤੀ ਹੋ ਗਈ ਹੈ, ਤੇ ਉਹ ਸਭ ਤੋਂ ਫਿਰ ਸ੍ਰੇਸ਼ਟ ਨੇ, ਸਭ ਤੋਂ ਭਲੇ ਹੋ ਜਾਂਦੇ ਨੇ। ਬੇਮੁਹਤਾਜ ਹੋ ਜਾਂਦੇ ਨੇ, ਜਿਹਨੂੰ ਆਪਾਂ ਪੜ੍ਹਦੇ ਵੀ ਹਾਂ ਕਿ ਪ੍ਰਭੂ ਦੇ ਸਿਮਰਨ ਦੇ ਨਾਲ ਜੀਵ ਜਿਹੜਾ ਹੈ बेमुहताज होता है। प्रभु के सिमरन से बेमुहताजे, प्रभु के सिमरन, प्रभु को सिमरै से सर्व के राजे। बई वो बेमुहताज हो जाते ने जिन्हां दा उस प्रभु दे नाल मिलाप हो गया है ते सब तो भले हुंदे ने। अगला फिर शब्द जिहड़ा है सूही महला पंजवां, सूही राग दे विच महले पंजवें दा शब्द है। रहो पंक्तियां ने, मेरे राम राय तुद चित आया उबरे। हे मेरे राम राय, तू मेरे चित्त च आ जावे, बस जावे। मेरा मैं इस माया दे विचों, इस संसार दे विचों मेरा उद्धार हो जाता, मैं उभर जाता हाँ, पार हो जाता भवसागर तो। पर ताई जे चित्त दे विच आके बस जावे। तेरी टेक परवासा तुमरा, जप नाम तुम्हारा उतरे। तेरा ही आसरा है, तेरी ही टेक है, तेरा ही परवासा है, तेरे ते ही भरोसा है। तेरा नाम जप के ही उदार होता है। इस करके तू मेरे चित्त विच आके बस जावे, फिर ही साडे जीवन दा उदार होंदा। फिर ही असी इस माया दे गेड़ दे, जन्म मरण दे गेड़ दे विचों उबर सकते हाँ, इस तो निकल सकते हाँ, बच सकते हाँ। महा अगन ते तुद हाथ दे राखे, पै तेरी सरनाई। हे प्रभु, तू ऐसी कृपा कीती, तेरी शरण च आए, तेरी बेनती कीती तेरे चरना दे विच, फिर तू आप हाथ दे के इस महा अगन तो आप मेरी रख्या कीती। महा अगन ते तुद हाथ दे राखे, पै तेरी शरण। पर कदों रखदा है जदों प्रभु दी शरण दे विच जांदे हां, फिर साडे मन दी रखिया आप करता है। प्रभु दी शरण कोई दूर नहीं है, बहुत नेड़े वसदा है जदों असी उस विच ध्यान लाउणा शुरू करते हैं। क्योंकि किसने जाना है प्रभु दी शरण दे विच? मन ने। तन करके आपां विच ही वसदे हां, लेकिन मन विचलिया है। इस करके परम है जदों मन ज्ञान लैके उसनूं नेड़े पहचान लैंदा है, परम खत्म हो जाता है। फिर सदा उसकी शरण दे विच ही असी बसते हाँ, क्योंकि फिर सोझी हो जाती कि कोई ऐसी जगह ही नहीं जिथे वो नहीं है। फिर उस तो आपां कदों विछोड़ा होवेगा, क्योंकि वो हर थां है, सर्वव्यापक है। जब तक ज्ञान नहीं असी उसनूं दूर समझते हाँ, जद के बिच ही रहिंदे हाँ।
तेरा मान तान रिद अंतर होर दूजी आस चुकाई। हे प्रभु, तेरा ही मान है, तेरा ही तान है मेरे हिरदे दे विच, होर दूजी आस चुकाई। असीं होर किसी दूजे दी आस अपने मन विचों कढ़ दित्ती है। किसी होर दी आस नहीं रखदा मैं, एक तेरी ही आसरा है, तेरा ही मान है, तेरा ही आसरा है, तेरा ही तान है, ते तू ही मेरे हिरदे च वसिया है। दूजी मेरे अंदर कोई आस नहीं किसी होर दी। अंधकूप ते काढ़ लिए तुम आप पए कृपाला। हे प्रभु, तू मेरे ते कृपा कीती, तू आप ही मैनू कृपा करके इस अंधकूप तो आप कढ़ लिया है। क्योंकि संसार जिहड़ा है इसनूं अंधकूप कहा। अंधकूप महा विकराल, नानक काढ़ ले हो प्रभु दयाल। आ प्रभु दया करता है, इहदे विचों कढ़ लैंदा है। सार संभाल सर्व सुख दिए, आप करे पिरत पाला। हे प्रभु, तू आप ही साडी मेरी हुण पिरत पालना करदा है, आप ही मेरी सार करदा है, मेरी संभाल करदा है। तू आप ही मैनू सारे सुखां दी बख्शिश करदा है। तू ही सुख देण वाला है, दुख भी देण वाला प्रभु ही है। क्योंकि दुख सुख साडे कर्मां करके सानू मिलदे हन, पर देण वाला प्रभु है। दुख सुख प्रभ देवना हार, दोनों ही आप बख्शदा है। पर जदों किरपा करता है जिन्हां ते, उन्हां नूं मन नूं सुख बख्शिश कर देंदा है। तन नूं रोग भी आउंदा है, फिर भी मन नूं दुख नहीं है। क्योंकि तन दा रोग मन दे वास्ते दारू बन जाता है, तन दा सुख मन दे वास्ते रोग बन जाता है। दुख दारू सुख रोग पिया, जा सुख ताम ना होई। सुखां दे विच असीं भुल जांदे हां परमेश्वर नूं। अपनी नदर करे परमेश्वर, बंधन काट छड़ाए। आप ऐसी कृपा करदा, बख्शिश करदा, ऐसी दृष्टि बख्शिश करदा है कि साडे मन जिहड़ा बंधना च पिया वो कट्टे जांदे ने। उन्हां बंधनां नूं कट के आप छड़ा लैंदा है, आप मुक्त करवा लैंदा है। बंधन त्रै गुणां दे विच ने ते आप त्रै गुणां दे विचों कढ के सानू चौथे पद विच वसा लैंदा है। साडा मन साडा ध्यान चौथे पद विच जुड़ जाता है। अपनी भगत प्रभ आप कराई, आपे सेवा लाई। फिर आप कृपा करता है, बंधना कटदा है, मुक्त करता है। अपनी भगती आप कराउंदा है, आप अपनी सेवा दे विच फिर लाउंदा है। क्योंकि उसदी सेवा वही करदा है जो जिसनू अपनी सेवा दे विच लाउंदा है, जिसनू अपना हुक्म बुझाउंदा है। सेवक को सेवा बन आई, हुक्म बूझ परम पद पाई। इसते ऊपर नहीं विचार, जाके मन बसया निरंकार। बंधन तोड़ पए निर्वैर, अंदिन पूजै गुर के पैर। ए लोक सुखिए परलोक सहेले, नानक हर प्रभ आपे मेले। आप कृपा करता है। परम गया पै मोह बिनासे, मिटया सगल बिसूरा। परम खत्म हो गया, पै खत्म हो गया, मोह खत्म हो गया। ते सारा जेड़ा मन नूं झोरा सी, मन जेड़ा इस संसार दे विच थोड़ा दुखी सी, वो सारा कुछ ही खत्म हो जाता है। नानक दया करी सुख दाते, भेटिया सतगुर पुर। ऐसी सुखां दे दाते प्रभु ने किरपा कीती, पूरे सतगुर दा मिलाप करवा दिता, पूरे सतगुर दे नाल भेंट करवा दिती ते पूरा मेरे अंदरों सारा परम ही खत्म हो गया है।
क्योंकि सतगुर की सेवा तो बिना बंधन साडे नहीं कट्टे जाते। बिन सतगुर सेवे जी के बंधना। सतगुर की सेवा तो बिना मन बंधना दे विच है ते हउमे दे विच ही कार करता है। अगला शब्द फिर सूही राग दे विच महले पंजवें दा सूही महला पंजवा। रहो पंक्तियां ने मेरे राम राय मुझ ते कछु ना होई, आपे करता आप कराए सर्ब निरंतर सोई। कि मेरे तो है मेरे राम राय, हे प्रभु मेरे तो कुछ नहीं होंदा, मैं कुछ नहीं कर सकता। क्योंकि कराने वाला कौन है? आपे करता आप कराए, करन कारण ही एक है। सर्व निरंतर सोई, क्योंकि सर्व निरंतर है, सदा ही है वो, उसके विच ही वसदे, सारे च आ वसदा है। इस करके आप ही करवाने वाला है। लेकिन संसार जिहड़ा है आपां देखते हैं, हर कोई जीव कहता है कि मैं इदां कीता, मैं इदां कीता है। पर सतगुरां ने समझाया है कि नहीं, कोई जीव नहीं कुछ कर सकता, करवाने वाला परमेश्वर ही है। जिवें बाबा कबीर जी समझाउंदे ने, कबीर ना हम किया ना करेंगे, ना कर सकै शरीर, जो किया सो हर किया। भयो कबीर कबीर, क्या जानना किस हर किया, भयो कबीर भी मैं नहीं कुछ किया, ना मैं कुछ कर ही सकता हाँ, ना करांगा ही। क्योंकि वो करता है जो प्रभु नूं पाउंदा है, वो करवाउंदा है। जीव तू बुलाए ते बोला स्वामी, जीव तू चलाए ते वह चलै, जिन्ना मार्ग पावे। इस करके सानू बार बार समझाया भी जिमें बुलाउंदा है उमें जीव बोलता है, जिमें चलाउंदा है उमें चलता है। पर एक सोजी कदों हुंदी जदों जान लेंदे हाँ, नहीं तो जीव नूं इदां ही है भी मैं ये करदा हाँ, मैं वो करदा हाँ। जब कश ना सियो तब क्या करता, कवन कर्म कर आया, अपना खेल आप कर देखा, ठाकर रचना रचाया। भी जद हाले पैदा ही नहीं सी कीता, संसार पैदा ही नहीं सी कीता, फिर आपां क्या कर्म कर सकते सी, क्या करन आउंदे थे। क्योंकि जब तक प्रभु ने रचना नहीं रची, असी संसार च कुछ कर नहीं सकते, कुछ इत्थे आ नहीं सी सकते। सारा उसे दी रचना, उसे दा खेल बनया है यह। ते फिर आपां जब तक ज्ञान नहीं, ये भी सानू ये पता नहीं है कि सिर्फ परमेश्वर ने सानू पैदा किया है, ते असी आए की करना है इत्थे। क्योंकि वो भी सानू भेत उदों आउंदा है जदों साडा प्रभु दे नाल मिलाप हो जाता है। वेद शास्त्र भी कदों लिखे ने सारे ही जदों भगतां ने परमेश्वर की भगती की, जिन्हां भगतां नूं अपनी सेवा च लाया, जिवें उन्हां नूं बुलाया उवें बोले, उन्हां फिर ये जो गुरबाणी है, वेद शास्त्र ने, ये सारे भगतां तो लिखे हुए ने। क्योंकि पहलां भगती की, जिन्होंने महाराज समझाउंदे ने, हर सिमरन कर भगत प्रगटाए, हर सिमरन लग वेद उपाए, हर सिमरन पए सिद्ध जति दाते, हर सिमरन नीच चौं कुंट जाते, हर सिमरन धारी सब तरना, सिमर सिमर हर कारण करना। इदां ये सारा खेल पैदा होया है। ये प्रभु ने अपना ही खेल है, अपना खेल आप कर देखे, आप इसनूं देखदा है,
ठाकुर रचना रचाया। उस परमेश्वर ने, ठाकुर ने, दयालु ने ये सारी रचना नूं रचिया है, अपने तो ही रचिया है। निरंकार आकार आप, आप नरैन कला तार, जग मैं परवरियो। निरंकार आकार जोत, जग मंडल करियो। आप प्रभु ने आकार पैदा की, फिर बिच जोत रखी है ते संसार नूं पैदा किया है। पर किन्हां दसी? जिन्हां ने प्रभु नूं जान लिया, जिन्हां नूं प्रभु ने बुलाया, जिन्हां नूं जोत दी सोझी हो गई। आकार दे नाल नाल जोत दा ज्ञान हो गया, क्योंकि आकार दा ज्ञान सब नूं है। जिवें साडा शरीर है, शरीर दा ज्ञान है, लेकिन जोत दा, जब तक जोत दा ज्ञान नहीं है, सानू परमेश्वर की पहचान नहीं होती। जदों असीं अपने इस तन दे विच जोत नूं देख लैंदे हां, फिर सानू मिलाप हो जाता है। जात मैं जोत, जोत मैं जाता, अकल कला भरपूर है। गणती गणी ना छूटै कतहूं, काची दे ए आणी। ते जद तक 9 दरां तक आपां सीमित हाँ, ये कच्ची दे है। ਇਹਦੇ ਵਿੱਚ ਸਾਨੂੰ ਪ੍ਰਭੂ ਦਾ ਗਿਆਨ ਨਹੀਂ ਹੋ ਸਕਦਾ, ਨਾਮ ਦੀ ਸੋਝੀ ਨਹੀਂ ਹੋ ਸਕਦੀ। ਅਸੀਂ ਇੱਕ ਕਾਇਆ, ਜਿਹੜੀ ਕੂੜ ਕਾਇਆ ਦੇ ਨਾਲ ਹੀ ਜੁੜੇ ਰਹਿੰਦੇ ਹਾਂ। ਇੱਥੇ ਗਿਣਤੀ ਮਿਣਤੀ ਕਰਦੇ ਹਾਂ ਕਿ ਮੈਂ ਇਹ ਕੁਛ ਕਰ ਲਿਆ, ਮੈਂ ਇੰਨੀ ਪਾਠ ਪੂਜਾ ਕਰ ਲਈ, ਮੈਂ ਇੰਨਾ ਪੁੰਨਦਾਨ ਕਰ ਦਿੱਤਾ। ਇਹ ਸਾਰਾ ਜੀਵ ਇੱਥੇ ਤੱਕ ਹੀ ਸੀਮਤ ਹੈ। ਅੱਖਰਾਂ ਦੇ ਵਿੱਚ ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਗਣਤ ਗਣਾਵੇ ਅੱਖਰੀ, ਅਗਣਤ ਸਾਚਾ ਸੋਏ, ਅਗਿਆਨੀ ਮਤਹੀਨ ਹੈ, ਗੁਰ ਬਿਨ ਗਿਆਨ ਨਾ ਹੋਏ। ਇਸ ਕਰਕੇ ਛੁੱਟ ਨਹੀਂ ਸਕਦੇ, ਦੇਹ ਤੱਕ ਜੁੜੇ ਹਾਂ, ਦੇਹ ਨਾਲ ਕਰਦੇ, ਜੋ ਕਰਦੇ ਦੇਹ ਨਾਲ ਹੀ ਕਰਦੇ ਹਾਂ। ਕਿਰਪਾ ਕਰੋ ਪ੍ਰਭੂ ਕਰਨਾ ਹਾਰਾ, ਤੇਰੀ ਬਖਸ਼ ਨਿਰਾਲੀ। ਹਾਂ, ਪ੍ਰਭੂ ਕਿਰਪਾ ਕਰਦਾ ਹੈ, ਉਸ ਦੀ ਫਿਰ ਜੋ ਕਰਨਹਾਰ ਪਰਮੇਸ਼ਰ ਹੈ, ਉਸ ਦੀ ਜਿਹੜੀ ਕਿਰਪਾ ਹੈ, ਉਸ ਦੀ ਬਖਸ਼ਿਸ਼ ਹੈ, ਉਹ ਸੰਸਾਰ ਤੋਂ ਨਿਰਾਲੀ ਹੈ, ਕਿਉਂਕਿ ਉਹ ਚੌਥੇ ਪਦ ਦੀ ਹੈ। ਉੱਥੇ ਮਨ ਨੇ ਪ੍ਰਕਾਸ਼ ਰੂਪ ਹੋਣਾ ਹੈ। ਤੇ ਇੱਥੇ ਸੰਸਾਰ ਦੇ ਵਿੱਚ ਤ੍ਰੈ ਗੁਣਾਂ ਦੇ ਵਿੱਚ ਸਾਰਾ ਅਸਥੂਲ ਦਾ ਖੇਡ ਹੈ, ਦ੍ਰਿਸ਼ਟਮਾਨ ਦੀ ਗੱਲ ਹੈ, ਉੱਥੇ ਸੂਖਮ ਦੀ ਗੱਲ ਹੈ। ਇਸ ਕਰਕੇ ਪ੍ਰਭੂ ਜਿਹੜੀ ਭਗਤੀ ਬਖਸ਼ਿਸ਼ ਕਰਦਾ ਹੈ, ਉਹ ਨਿਰਾਲੀ ਭਗਤੀ ਹੈ। ਉੱਥੇ ਸਾਡਾ ਧਿਆਨ ਮਾਰਗ ਹੈ, ਉਹ ਖੰਨੇ ਤਿੱਖੀ ਵਾਲੋ ਨਿੱਕੇ ਮਾਰਗ ਤੇ ਅਸੀਂ ਚੱਲਣਾ ਹੁੰਦਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤਿਸ਼ਨਾ, ਬਹੁਤ ਨਾਹੀ ਬੋਲਣਾ। ਖੰਨੇ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਜੀ ਜੰਤ ਸਭ ਤੇਰੇ ਕੀਤੇ, ਘਟ ਘਟ ਤੂੰ ਹੀ ਧਿਆਈ ਹੈ। हे प्रभु, सारे जी जंत तेरे ही पैदा किए हैं, घट घट दे विच तू वसदा है, सारे तैनू ही त्याउंदे हैं। जिवें आपां रह रास दी बाणी दे विच पढ़दे हां, सो पुरख, सो पुरख दी बाणी दे विच सानू ज्ञान हुंदा है कि सारे प्रभु दे हन, सारियां दा वो है। जिसनों आप पढ़ते हैं, सो पुरख निरंजन, हर पुरख निरंजन, हर अगमा अगम अपारा, सब त्यावै, सब त्यावै तुद जी, हर सच्चे सिरजनहारा, सब जी तुम्हारे जी, तू जियां का दातारा। हर त्यावो संतो जी, सब दुख विसारनहारा, हर आपे ठाकुर, हर आपे सेवक जी, क्या नानक जंत बेचारा। तू घट घट अंतर सर्व निरंतर जी, हर एको पुरख समाना, एक दाते एक भिखारी जी, सब तेरे चोच बिडाना। तू आपे दाता आपे भुगता जी, हम तुद बिन अवर न जाना। सो इस तरीके नाल फिर उत्थे उस परमेश्वर दी, उस पुरख दा ज्ञान जदों हो जाता है, फिर उस सारे च आप ही है, सारे उसदे ने, सारे च अवस्था है। जे असी नफरत करते हाँ, फिर आपां हाले
ਰਹਿ ਰਾਸ ਦੀ ਬਾਣੀ ਸਿਰਫ ਪੜ੍ਹਦੇ ਹੀ ਆ, ਉਸ ਨੂੰ ਕਰਦੇ ਨਹੀਂ, ਕਮਾਇਆ ਨਹੀਂ ਹੈ। ਤੇਰੀ ਗਤ ਮਿਤ ਤੂੰ ਹੈ ਜਾਣਾ ਹੈ, ਕੁਦਰਤ ਕੀਮ ਨਾ ਪਾਈ ਹੈ। ਵੀ ਤੇਰੀ ਗਤ ਮਿਤ ਤੂੰ ਹੀ ਜਾਣਦਾ ਹੈ। ਆਪਣੀ ਗਤ ਮਿਤ ਜਾਣਨਾ ਆਪ ਹੈ। ਆਪਨ ਸੰਗ ਆਪ ਪ੍ਰਭ ਰਾਤਾ ਹੈ। ਜਿਹਤੇ ਕਿਰਪਾ ਕਰਦਾ ਉਸ ਨੂੰ ਆਪਣੇ ਨਾਲ ਰੱਤ ਲੈਂਦਾ ਹੈ। ਆਪਣੀ ਗਤ ਮਿਤ ਆਪ ਜਾਣਦਾ ਹੈ। ਕੁਦਰਤ ਜਿਹੜੀ ਹੈ, ਕੁਦਰਤ ਹੈ ਤ੍ਰੈ ਗੁਣਾਂ ਦੇ ਵਿੱਚ। ਕੁਦਰਤ 'ਚ ਰਹਿ ਕੇ ਉਸ ਪ੍ਰਭੂ ਦੀ ਆਪਾਂ ਗਤ ਨਹੀਂ ਪਾ ਸਕਦੇ, ਉਸ ਦੀ ਕੀਮਤ ਨਹੀਂ ਪਾ ਸਕਦੇ, ਕਿਉਂਕਿ ਤ੍ਰੈ ਗੁਣਾਂ ਦੇ ਵਿੱਚ ਉਸ ਦੀ ਮਾਇਆ ਹੈ, ਚੌਥੇ ਪਦ ਦੇ ਵਿੱਚ ਅਵਸਥਾ ਹੈ। ਇਸ ਕਰਕੇ ਉਹ ਗਤ ਮਿਤ ਆਪਣੀ ਆਪ ਹੀ ਜਾਣਦਾ ਹੈ। ਨਿਰਗੁਣ ਮੁਕਤ ਅਜਾਨ ਅਗਿਆਨੀ, ਕਰਮ ਧਰਮ ਨਹੀਂ ਜਾਣਾ। ਕਹਿੰਦੇ ਜਿਹੜੇ ਜੀਵ ਤ੍ਰੈ ਗੁਣਾਂ ਤੋਂ ਦੇ ਵਿੱਚ ਫਸੇ ਨੇ, ਉਸ ਚੌਥੇ ਪਦ ਦੇ ਗਿਆਨ ਤੋਂ ਜਿਹੜੇ ਨੇ ਕੋਰੇ ਨੇ, ਜਿਨ੍ਹਾਂ ਨੂੰ ਚੌਥੇ ਪਦ ਦਾ ਗਿਆਨ ਨਹੀਂ ਹੈ, ਤੇ ਐਸੇ ਮੂਰਖ ਜੀਵ ਅਣਜਾਣ ਨੇ, ਅਗਿਆਨੀ ਨੇ, ਕਰਮ ਧਰਮ ਦਾ ਭੇਦ ਨਹੀਂ ਹੈ। ਦਇਆ ਕਰੋ ਨਾਨਕ ਗੁਣ ਗਾਵੇ। ਮਿੱਠਾ ਲੱਗਾ ਤੇਰਾ ਬਾਣਾ, हे ਪ੍ਰਭੂ ਤੂੰ ਮੇਰੇ ਤੇ ਕਿਰਪਾ ਕਰ, ਦਇਆ ਕਰ, ਤਾਂ ਕਿ ਮੈਂ ਵੀ ਤੇਰੇ ਗੁਣ ਗਾਵਾਂ। हे ਪ੍ਰਭੂ ਤੇਰਾ ਕੀਤਾ ਤੇਰਾ ਪਾਣਾ ਮੈਨੂੰ ਵੀ ਮਿੱਠਾ ਲੱਗੇ, ਕਿਉਂਕਿ ਪ੍ਰਭੂ ਦੇ ਪਾਣੇ ਨੂੰ ਮਿੱਠਾ ਕਰਕੇ ਮੰਨਣਾ ਹੁੰਦਾ ਹੈ। ਪਾਣੇ ਨੂੰ ਮੰਨਣਾ ਹਰ ਕੋਈ ਚਾਹੁੰਦਾ ਹੈ, ਪਰ ਉਸ ਪ੍ਰਭੂ ਦਾ ਪਾਣਾ ਵੀ ਉਹੀ ਮੰਨ ਸਕਦਾ ਹੈ ਜਿਸ ਨੂੰ ਆਪਣਾ ਪਾਣਾ ਆਪ ਮਨਾਉਂਦਾ ਹੈ। ਭਾਣੇ ਕੋ ਲੋਚੈ ਸਭ ਕੋਈ, ਆਪਣਾ ਭਾਣਾ ਆਪ ਮਨਾਏਦਾ। ਆਪਣਾ ਭਾਣਾ ਵੀ ਆਪ ਹੀ ਮਨਾਉਂਦਾ। ਉਹੀ ਜਿਸ ਤੇ ਦਇਆ ਕਰਦਾ ਹੈ, ਉਹੀ ਉਸ ਦੇ ਭਾਣੇ ਨੂੰ ਮੰਨਦਾ ਹੈ। ਇਸ ਕਰਕੇ हे ਪ੍ਰਭੂ ਮੇਰੇ ਤੇ ਦਇਆ ਕਰੋ, ਕਿਰਪਾ ਕਰੋ, ਮੈਂ ਤੇਰੇ ਗੁਣ ਗਾਵਾਂ ਤੇ ਮੈਨੂੰ ਤੇਰਾ ਭਾਣਾ ਮਿੱਠਾ ਲੱਗੇ। ਸੋ ਆਓ ਹੁਣ ਨਾਲ ਨਾਲ ਚਰਨਾਂ ਦੇ ਵਿੱਚ ਜੁੜਨਾ ਕਰੀਏ ਪ੍ਰਭੂ ਦੇ, ਤਾਂ ਕਿ ਆਪਣੇ ਅੰਦਰੋਂ ਵੀ ਜਿਹੜਾ ਭਰਮ ਹੈ, ਮੋਹ ਹੈ, ਭੈ ਹੈ, ਮਨ ਇਸ ਤੋਂ ਨਿਰਲੇਪ ਹੋ ਜਾਵੇ, ਮਨ ਪ੍ਰਕਾਸ਼ ਰੂਪ ਹੋ ਜਾਵੇ ਤੇ ਸਾਡਾ ਲੇਖਾ ਖਤਮ ਹੋ ਜਾਵੇ ਤੇ ਸਾਨੂੰ ਜਮਾਂ ਦਾ ਡਰ ਖਤਮ ਹੋ ਜਾਵੇ, ਜਨਮ ਮਰਨ ਦਾ ਡਰ ਸਾਡਾ ਖਤਮ ਹੋ ਜਾਵੇ। ਉਸ ਦੇ ਵਾਸਤੇ ਆਪਾਂ ਉਸ ਪਰਮੇਸ਼ਰ ਦੇ ਚਰਨਾਂ 'ਚ ਜੁੜਨਾ ਹੈ ਤੇ ਆਪਣੇ ਪਾਪਾਂ ਨੂੰ ਬਖਸ਼ਾਉਣਾ ਹੈ। ਤੇ ਆਪਾਂ ਇਹ ਸਾਰਾ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਪਾਪ ਦਾ ਸਾਨੂੰ ਕਿਵੇਂ ਪਤਾ ਚੱਲਦਾ ਹੈ ਕਿ ਸਾਡੇ ਪਾਪ ਕੱਟੇ ਗਏ ਜਾਂ ਨਹੀਂ ਕੱਟੇ ਗਏ। ਕਿਉਂਕਿ ਸਤਿਗੁਰਾਂ ਨੇ ਸਮਝਾਇਆ ਹੈ, ਜਿੰਨੀ ਦੇਰ ਮਨ ਪਾਪਾਂ ਦੀ ਮੈਲ ਲੱਗੀ ਹੈ, ਮਨ ਸਾਡਾ ਅਸਥੂਲ ਰਹਿੰਦਾ ਹੈ। ਜਿਉਂ ਇਸ ਦੇ ਪਾਪ ਕੱਟੇ ਜਾਂਦੇ ਨੇ, ਮਨ ਨਿਰਮਲ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ, ਮੁਖ ਉਜਲ ਹੋ ਜਾਂਦਾ ਹੈ, ਦਰਗਾਹ ਦੇ ਵਾਸੀ ਬਣ ਜਾਂਦੇ ਹਾਂ। ਉਸ ਨੂੰ ਸਮਝਣ ਦੇ ਵਾਸਤੇ ਆਪਾਂ ਆਪਣੇ ਆਪ ਨੂੰ ਦੇਖਣਾ ਹੁੰਦਾ ਹੈ ਕਿ ਸਾਨੂੰ ਆਪਣਾ ਰੂਪ ਅਸਥੂਲ ਦਿਸਦਾ ਹੈ ਜਾਂ ਪ੍ਰਕਾਸ਼ ਦਿਸਦਾ ਹੈ, ਕਿਉਂਕਿ ਅਸੀਂ ਆਪਣੇ ਰੂਪ ਨੂੰ ਦੋਨਾਂ ਰੂਪਾਂ ਨੂੰ ਦੇਖ ਸਕਦੇ ਹਾਂ। ਸਾਨੂੰ ਆਪਣਾ ਨਖਾਲ ਸਰੂਪ ਵੀ ਅਸੀਂ ਆਪਣੀ ਅੱਖਾਂ ਨਾਲ ਦੇਖ ਸਕਦੇ ਹਾਂ, ਵਿੱਚ ਅੱਖੋਂ ਆਪਾਂ ਪਹਿਲਾਂ ਸ਼ੀਸ਼ੇ ਦੁਆਰਾ ਦੇਖਦੇ ਹਾਂ, ਲੇਕਿਨ ਫਿਰ ਆਪਾਂ ਇਹਨਾਂ ਅੱਖਾਂ ਦੇ ਨਾਲ ਆਪਣੇ ਰੂਪ ਨੂੰ ਦੇਖ ਸਕਦੇ ਹਾਂ ਜਦੋਂ ਗੁਰ ਦੇ ਗਿਆਨ ਦੁਆਰਾ। ਉਹ ਕੀ ਤਰੀਕਾ ਹੈ? ਉਹ ਹੈ ਕਿ ਆਪਾਂ ਆਪਣੀ ਦ੍ਰਿਸ਼ਟੀ ਨੂੰ, ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਫੋਕਸ ਕਰਨਾ ਹੈ ਤੇ ਫੋਕਸ ਕਰਕੇ ਜਿਹੜਾ ਸਾਡਾ ਰੂਪ ਹੈ, ਜਿਹੜਾ ਇਸ ਦੇ ਵਿੱਚ ਸਭ ਤੋਂ ਇਹ ਸਾਡਾ ਜਿਹੜਾ ਹੈ, ਇਹ ਨਕ ਸ਼ਕਲ ਦਾ ਜਿਹੜਾ ਸਾਡਾ
शकल है एक काल दा तमाशा है। इत्थे सानू आकार ते निराकार दा भेद आउंदा है। इत्थे दृष्टि फोकस करके देखण दे नाल जेकर सानू अपना नक दिसदा है फिर साडा मन अस्थूल है। असी दो दृष्टि च हाँ, असी हौमे च हाँ, सानू हले पापां दी मैल लगी है। जे नक नहीं दिसदा उत्थे असी एक दृष्ट हाँ, उत्थे भी असी हले मुक्त नहीं होए हुंदे, लेकिन एक दृष्ट होंदे हाँ, उत्थे मन देवता है। ये आपां देख सकते हाँ जदों इत्थे देखण दे नाल जे नक दिसदा है दो दृष्टि च हाँ, नक नहीं दिसदा एक दृष्ट हाँ, फिर असी इत्थे भी मन दीयां तीन अवस्थावां ने जिसनूं गुरबाणी च किहा है रजोगुण तमोगुण सतोगुण। आपां देख सकते हाँ कि साडा मन किहड़े गुणां दे विच विचरदा है, त्रै गुणां दे विच। जे साडा ध्यान सज्जे ज़्यादा होएगा सानू अपना नक सज्जे पासों दिसेगा। जे साडा ध्यान सज्जे ज़्यादा है ये तमोगुण है। जे साडा ध्यान खब्बे ज़्यादा है उदों सानू नक खब्बे पासों दिसेगा। जे खब्बे पासों नक दिसदा तो असी साडा मन रजोगुणी है। जेकर ध्यान विचाले है ना ज़्यादा सज्जे ना खब्बे इत्थे आपां साडा मन सतोगुण दी अवस्था च है। ये तीन ही गुण ने जिहड़े माया ने। राजगुण तमगुण सतगुण कही है यह तेरी सब माया। चौथे पद को जो नर चीनै तीन ही परम पद पाया। चौथे पद नूं चीनना है, चौथे पद की प्राप्ति फिर असी परम पद नूं प्राप्त करते हाँ। सो फिर आपां की करना है इस पॉइंट ते ध्यान टिका के देखना है जे नक दिसदा या नहीं दिसदा, जे दिसदा किस पासों सज्जे खब्बे जां दोनों पासे तो। ये तो फिर आपां अगे ध्यान दे विच चलना है। फिर मैं आप जी नूं आवाज़ देवांगा कि ध्यान सामने लेके आओ। इत्थों आपां सामने देखना है। ये तो फिर मैं आप जी नूं आवाज़ देवांगा कि ध्यान मस्तक दे सामने लै जो आपां पलकां उत्ते चुकदे। ये तो फिर जदों मैं कहांगा ध्यान सामने फिर सामने देखना है। फिर जदों मैं कहांगा नक ते सम करके देखो फिर नक ते सम करके देखना है। इदां जदों आपां एक दृष्ट हो जावांगे नक नहीं दिसेगा उस तो बाद अभ्यास करन दे नाल जिस समय सानू अपना मुख प्रकाश दिसना शुरू हो गया उस समय साडे मन दे पापां दी मैल कटी गई। साडे मन दे कीते करोड़ां पापां दा नाश हो जाता क्योंकि परमेश्वर दे नाम दी वडियाई है बहुत उत्तम है। खिन पल साडे मन दे विच नाम वस जावे 18 तीर्थां दा इशनान हो जाता है। खिन पल हर नाम मन वसै सब 68 तीर्थ नाए। सो आओ हुण आपां करके देखिए अपने आप नूं अपनी दृष्टि इत्थे फोकस करके देखिए कि साडे मन की की अवस्था है। असी एक दृष्ट हाँ कि दो दृष्ट हाँ, जे दो दृष्टि च हाँ नक दिसदा या नहीं दिसदा, जे नक दिसदा किस पासे तो दिसदा सज्जे खब्बे जा दोनों पासे तो। आओ ध्यान लाइए। और सामने लेके आइए ध्यान, सामने देखिए।
मस्तक दे सामने लै जो ध्यान पलक उत्ते चुको। फिर सामने लेके आइए, ध्यान सामने देखिए। फिर नक ते सम करके देखिए अपने आप को। देखना है जे नक पहला दिसदा सी किसी नूं कोई नवा जीव कि हुण दिसनों हट गया, जदों एक दृष्ट हो जावांगे सानू अपना नक नहीं नज़र आएगा। खब्बे पासे एक हल्की परछाई जी नज़र आ सकती है पहला, जिथे फिर प्रकाश सानू अनुभव होना है। नीचे ले जाइए ध्यान। नीचे जो भी कपड़ा वगैरह विछया थले आप बैठे हैं उस तो थोड़ा ऊपर देखने की कोशिश करांगे। इत्थे सानू प्रकाश अनुभव होना शुरू होएगा। पानी की तरह सानू लहरां प्रकाश दियां अनुभव होण शुरू हो जांदियां ने। तो उसनूं ध्याना है, उस विच ध्यान जोड़ के रखना है, उसनूं देखना है, रिलैक्स देखना है, जोर नहीं लगाना बिल्कुल। फिर दृष्टि सम करके अपने आप को देखिए। फिर नीचे ले जाइए ध्यान।
फिर सम करके अपने आप को देखिए, दृष्टि सम करके फिर अपने आप को देखिए। फिर नीचे ले जाइए ध्यान। सामने लेके आइए ध्यान, सामने देखिए। मस्तक दे सामने ले जाइए ध्यान, पलक उत्ते चुको।
फिर सामने लेके आइए ध्यान। नीचे ले जाइए ध्यान। सम करके अपने आप को देखिए। दृष्टि सम करके अपने आप को देखिए। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल जदों आपां अभ्यास करांगे, प्रेम करांगे, साडी उस मालक दे नाल प्रीत पै जाएगी। फिर आपां हर थां सुखी होवांगे, हर थां असीं परमेश्वर नूं पावांगे, उहदे नाम दे विच रते जावांगे। तो फिर असी उस दा रूप हो जाते हाँ। मेरे राम राय हर संतां जेवल ना कोई, भगतां बन आई अब अपने स्यों जल थल महियल सोई। फिर सानू जल थल में हर थां ओही परमेश्वर प्रकाश अनुभव होएगा। फिर असी उसे नू देखांगे, उसे दी सिफत सलाह करांगे, उसे दे पाने दे विच रह के अपने जीवन को सफल कर सकते हैं। सो आओ प्यारिओ, इन्निक विचार करते हैं, बहुत सारिया भुलां हो जांदियां हन। आप संगत सतगुरु जी बख्शण योग हो, बख्श लेना जी। वाहिगुरु जी का खालसा, वाहिगुरु जी की फतेह।